Hello everyone, welcome you all in your own channel Learn Everything. ਸੋ ਅਸੀਂ ਕਰ ਰਹੇ ਸੀ ਫਿਜ਼ਿਕਸ ਦਾ ਇਲੈਕਟ੍ਰਿਸਿਟੀ ਐਂਡ ਮੈਗਨੇਟਿਜ਼ਮ, ਜਿਹਦੇ ਵਿੱਚ ਅਸੀਂ ਕਰੰਟ ਇਲੈਕਟ੍ਰਿਸਿਟੀ ਕਰ ਰਹੇ ਸੀ। ਦਾ ਨੈਕਸਟ ਟੌਪਿਕ ਜੋ ਸਿਲੇਬਸ 'ਚ ਮੈਂਸ਼ਨ ਹੈ ਦੈਟ ਇਜ਼ ਸੈਲਫ ਇੰਡਕਸ਼ਨ। ਸੋ ਸੈਲਫ ਇੰਡਕਸ਼ਨ ਕੀ ਹੁੰਦੀ ਆ? ਫਸਟ ਆਫ ਆਲ ਵੀ ਨੋ ਦੈਟ ਵੈਨ ਕਰੰਟ ਥਰੂ ਅ ਕੋਇਲ ਇਜ਼ ਚੇਂਜਡ, ਜਦੋਂ ਵੀ ਕਿਸੇ ਕੋਇਲ ਦੇ ਥਰੂ ਆਪਾਂ ਕਰੰਟ ਨੂੰ ਚੇਂਜ ਕਰਾਉਂਦੇ ਹਾਂ ਤਾਂ ਮੈਗਨੈਟਿਕ ਫਲਕਸ ਲਿੰਕ ਵਿਦ ਕੋਇਲ ਵੀ ਚੇਂਜ ਹੁੰਦਾ। ਤੇ ਆਪਾਂ ਫੈਰਾਡੇ ਦੇ ਲਾਅ ਤੋਂ ਪੜ੍ਹਿਆ ਸੀ ਕਿ ਵੈਨ ਐਵਰ ਦੇਅਰ ਇਜ਼ ਚੇਂਜ ਇਨ ਦਾ ਮੈਗਨੈਟਿਕ ਫਲਕਸ ਲਿੰਕ ਵਿਦ ਕੋਇਲ ਦੇਅਰ ਇਜ਼ ਇੰਡਿਊਸਡ EMF ਪ੍ਰੋਡਿਊਸਡ, ਹੈ ਨਾ, ਉੱਥੇ EMF ਇੰਡਿਊਸ ਹੋ ਜਾਂਦੀ ਆ। ਸੋ ਨਾਓ ਫਰੋਮ ਲੈਂਜ਼ ਲਾਅ ਤੇ ਡਾਇਰੈਕਸ਼ਨ ਜਿਹੜੀ ਉਸ ਇੰਡਿਊਸ EMF ਦੀ ਅਪੋਜ਼ ਕਰਦੀ ਹੈ ਉਸ ਚੇਂਜ ਇਨ ਕਰੰਟ ਨੂੰ ਜਿਹਨੇ ਉਹਨੂੰ ਪ੍ਰੋਡਿਊਸ ਕੀਤਾ। ਇਹ ਵੀ ਆਪਾਂ ਪੜ੍ਹਿਆ ਸੀ ਲੈਂਜ਼ ਲਾਅ ਤੋਂ। ਇਹ ਦੋ ਅਸੀਂ ਗੱਲਾਂ ਪ੍ਰੀਵੀਅਸ ਵੀਡੀਓ 'ਚ ਕਰ ਚੁੱਕੇ ਹਾਂ। ਤੇ ਫਿਗਰ ਸਾਨੂੰ 7 ਕੀ ਸ਼ੋ ਕਰਦੀ ਹੈ ਕਿ ਜਿਹੜੀ ਇੰਡਿਊਸ EMF ਹੈਗੀ ਉਹ ਅਗੇਂਸਟ ਹੈਗੀ ਕਰੰਟ ਦੀ, ਜੇ ਅਸੀਂ ਇਫ ਇਟ ਇਜ਼ ਇਨਕਰੀਜ਼ਿੰਗ ਐਂਡ ਇਨ ਦੀ ਡਾਇਰੈਕਸ਼ਨ ਆਫ ਕਰੰਟ ਇਫ ਇਟ ਇਜ਼ ਡਿਕਰੀਜ਼ਿੰਗ। ਜਿਹੜੀ ਇੰਡਿਊਸ EMF ਆ ਉਹ ਅਗੇਂਸਟ ਹੋਏਗੀ ਜੇ ਇਨਕਰੀਜ਼ ਕਰ ਰਹੀ ਹੈ, ਤੇ ਇਨ ਦੀ ਡਾਇਰੈਕਸ਼ਨ ਆਫ ਕਰੰਟ ਹੋਏਗੀ ਜੇ ਡਿਕਰੀਜ਼ ਕਰ ਰਹੀ। ਇਹਨੂੰ ਬੋਲਦੇ ਆਪਾਂ ਸੈਲਫ ਇੰਡਕਸ਼ਨ। ਸੋ ਇਹਦੀ ਡੈਫੀਨੇਸ਼ਨ ਦੇਖੋ ਇੱਥੇ ਆਏਗੀ, ਦ ਫਿਨੋਮੀਨਾ ਅਕੋਰਡਿੰਗ ਟੂ ਵਿਚ ਇੰਡਿਊਸਡ EMF ਔਰ ਕਰੰਟ ਇਜ਼ ਪ੍ਰੋਡਿਊਸ, ਕਿ ਕਿਸ ਫਿਨੋਮੀਨਾ ਦੇ ਅਕੋਰਡਿੰਗ ਉਹ ਪ੍ਰੋਡਿਊਸ ਹੋ ਰਹੀ ਕਿਸੇ ਕੋਇਲ ਦੇ ਵਿੱਚ ਵੈਨ ਚੇਂਜਿੰਗ ਕਰੰਟ ਇਜ਼ ਪਾਸ ਥਰੂ ਇਟ, ਜਦੋਂ ਉਹ 'ਚ ਕਰੰਟ ਜਿਹੜਾ ਚੇਂਜ ਕਰਕੇ ਤੁਸੀਂ ਪਾਸ ਕਰਵਾ ਰਹੇ ਹੋ ਉਹਨੂੰ ਕਹਿੰਦੇ ਆਪਾਂ ਸੈਲਫ ਇੰਡਕਸ਼ਨ। ਐਕਸਪੈਰੀਮੈਂਟਲੀ ਡੈਮੋਸਟ੍ਰੇਸ਼ਨ ਕੀਤੀ ਹੋਈ ਦਾ ਫਿਨੋਮੀਨਾ ਆਫ ਸੈਲਫ ਇੰਡਕਸ਼ਨ ਕੈਨ ਬੀ ਡੈਮੋਸਟ੍ਰੇਟ ਬਾਈ ਯੂਜ਼ਿੰਗ ਅਰੇਂਜਮੈਂਟ ਇਲਿਸਟ੍ਰੇਸ਼ਨ ਇਨ ਫਿਗਰ 8। ਸਭ ਤੋਂ ਪਹਿਲਾਂ ਇੱਕ ਕੀ ਯੂਜ਼ ਕੀਤੀ ਹੋਈ ਆ, ਠੀਕ ਹੈ। ਪ੍ਰੈਸ ਦਾ ਕੀ ਕੇ ਐਂਡ ਐਡਜਸਟ ਦਾ ਵੈਲਿਊ ਆਫ ਕਰੰਟ ਅਸੀਂ ਕਰਨੀ ਐਡਜਸਟ ਕਰਨੀ ਗਿਵਨ ਬਾਈ ਦਾ ਬੈਟਰੀ ਵਿਦ ਦੀ ਹੈਲਪ ਆਫ ਇੱਥੇ ਇੱਕ ਰਿਓਸਟੈਟ ਲਗਾਈ ਹੋਈ ਆ। ਸੋ ਇੱਕ ਲੈਂਪ ਅਸੀਂ ਇਲੈਕਟ੍ਰਿਕ ਲੈਂਪ L ਲਗਾਈ ਹੈ, ਇਹ ਗਲੋ ਕਰੇਗੀ। ਔਨ ਸਡਨਲੀ ਓਪਨਿੰਗ ਦਾ ਕੀ, ਤੁਸੀਂ ਕੀ ਓਪਨ ਕਰ ਦੋਗੇ, ਇੰਡਿਊਸ EMF ਜਿਹੜੀ ਸੈਟਅਪ ਆ ਹੋਏਗੀ ਬਿਟਵੀਨ ਦਾ ਐਂਡਸ ਆਫ ਦੀ ਕੋਇਲ ਵਿਚ ਮੇਕ ਦਾ ਲੈਂਪ ਟੂ ਗਲੋ ਵਿਦ ਬ੍ਰਿਲੀਅੰਸ। ਦਾ ਗਲੋ ਇਨ ਲੈਂਪ ਵਿਲ ਆਲਸੋ ਅਪੀਅਰ ਵੈਨ ਦਾ ਕੀ ਇਜ਼ ਕਲੋਜ਼ਡ, ਜਦੋਂ ਕਲੋਜ਼ ਹੋਏਗੀ ਉਦੋਂ ਵੀ ਹੋਏਗੀ। ਸੋ ਨਾਓ ਇਟ ਵਿਲ ਬੀ ਲੈਸਰ, ਪਰ ਇਹਦੀ ਇੰਟੈਂਸਿਟੀ ਹੁਣ ਘੱਟ ਜਾਏਗੀ। ਦਿਸ ਇਜ਼ ਬਿਕੋਜ਼ ਇਟ ਟੇਕ ਲੈਸ ਟਾਈਮ ਫॉर ਰਿਮੂਵਲ ਆਫ ਮੈਗਨੈਟਿਕ ਫੀਲਡ ਐਂਡ ਇਟ ਡਜ਼ ਐਸਟੈਬਲਿਸ਼ ਆਫ for the establishment of magnetic field through the coil. At the break of circuit the air gap introduce होएगा, infinite resistance in the circuit causing the current to reduce to zero value rapidly, बहुत घट जाएगा। सो ਕੋਫੀਸ਼ੀਐਂਟ ਹੁਣ ਇੱਥੋਂ ਤੁਸੀਂ ਮੇਨ ਜਿਹੜਾ ਯਾਦ ਰੱਖਣਾ ਹੈਗਾ ਉਹ ਫਾਰਮੂਲਾ ਇੰਪੋਰਟੈਂਟ ਹੈ। ਸਭ ਤੋਂ ਪਹਿਲਾਂ ਤਾਂ ਪਤਾ ਹੈ φ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ L, ਮੈਗਨੈਟਿਕ ਫਲਕਸ ਜਿਹੜਾ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਕਰੰਟ ਹੋਏਗਾ। ਪ੍ਰੋਪੋਰਸ਼ਨਲ ਤੇ ਅੱਗੇ ਸਾਡੇ ਕੋਲ ਬਰਾਬਰ ਤੇ ਕਾਂਸਟੈਂਟ ਆਏਗਾ, ਇੱਥੇ ਜਿਹੜਾ ਕਾਂਸਟੈਂਟ ਹੋਏਗਾ ਦੈਟ ਇਜ਼ L ਕੀ ਹੈ ਇੱਥੇ ਸਾਡੇ ਕੋਲ ਕਾਂਸਟੈਂਟ ਪ੍ਰੋਪੋਰਸ਼ਨਲਿਟੀ, ਜਿਹਨੂੰ ਆਪਾਂ ਕਾਂਸਟੈਂਟ ਆਫ ਸੈਲਫ ਕੋਫੀਸ਼ੀਐਂਟ ਆਫ ਸੈਲਫ ਇੰਡਕਸ਼ਨ ਵੀ ਬੋਲਦੇ ਹਾਂ, ਜਾਂ ਇੰਡਕਸ਼ਨ ਆਫ ਇੰਡਕਟੈਂਸ ਆਫ ਕੋਇਲ। ਜੇ I ਇਜ਼ ਇਕੁਅਲਸ ਟੂ 1 ਆ ਤੇ φ ਇਜ਼ ਇਕੁਅਲਸ ਟੂ ਕੀ ਹੋ ਜਾਏਗਾ L, ਯਾਨੀ L ਇਜ਼ ਇਕੁਅਲਸ ਟੂ ਕੀ ਹੋਏਗਾ φ। ਸੋ ਨਿਊਮੈਰੀਕਲੀ ਇੰਡਕਟੈਂਸ ਜਿਹੜੀ ਆ ਇਸ ਦਾ ਮੈਗਨੈਟਿਕ ਫਲਕਸ ਹੀ ਹੈ। ਇਹ ਇੰਡਕਸ਼ਨ ਇਕੁਅਲ ਟੂ ਮੈਗਨੈਟਿਕ ਫਲਕਸ ਹੈ ਕਦੋਂ, ਜਦੋਂ ਯੂਨਿਟ ਕਰੰਟ ਫਲੋ ਕਰਦਾ ਕਿਸੇ ਕੋਇਲ ਦੇ ਵਿੱਚੋਂ। ਇਹ ਪੁੱਛਿਆ ਜਾ ਸਕਦਾ ਤੁਹਾਨੂੰ ਪੇਪਰ 'ਚ, ਠੀਕ ਹੈ। ਸੋ ਇਹ ਧਿਆਨ ਰੱਖਣਾ। ਇੰਡਿਊਸ ਜਿਵੇਂ ਫੇਰ ਅਸੀਂ ਪੜ੍ਹ ਕੇ ਆਏ ਫੈਰਾਡੇ ਤੋਂ ਲਾ ਤੋਂ ਕਿ ਇੰਡਿਊਸ EMF ਇਕੁਅਲ ਟੂ ਮਾਈਨਸ dφ/dt। ਸੋ φ ਦੀ ਵੈਲਿਊ ਇੱਥੇ ਪੁੱਟ ਕਰ ਦਿਓ L ਆਈ, ਤਾਂ L ਕਾਂਸਟੈਂਟ ਬਾਹਰ ਆ ਜਾਏਗਾ di/dt। ਸੋ ਇੱਦਾਂ ਵੀ ਲਿਖਿਆ ਜਾ ਸਕਦਾ ਇਨ ਮਾਈਨਸ ਇੰਡਿਊਸ EMF ਅਪੋਨ di/dt। ਸੋ di/dt ਹੋਏਗਾ ਇਕੁਅਲ ਟੂ 1 ਤੇ L ਇਕੁਅਲ ਟੂ ਇੰਡਿਊਸ EMF ਆ ਜਾਏਗਾ, ਠੀਕ ਹੈ। ਸੋ ਯੂਨਿਟ ਆਫ ਸੈਲਫ ਇੰਡਕਸ਼ਨ ਕੀ ਹੁੰਦੀ ਹੈ ਵੀ ਧਿਆਨ ਰੱਖਣੇ, ਵੀ ਪੁੱਛੇ ਜਾ ਸਕਦੇ ਹੁੰਦੇ ਹੈਨਰੀ, ਇਹ ਪੁੱਛੇ ਜਾ ਸਕਦੇ, ਬਹੁਤ ਇੰਪੋਰਟੈਂਟ ਆ। ਜੇ ਸਾਡੇ ਕੋਲ ਇੰਡਿਊਸ EMF ਦੀ ਵੈਲਿਊ 1 ਆ, V ਇਜ਼ ਇਕਸ ਤਾਂ 1 ਵੋਲਟ ਹੈ, di/dt 1 ਹੈ ਤੇ L ਇਜ਼ ਇਕਸ ਟੂ ਕਿੰਨਾ ਜਾਏਗਾ 1। ਸੋ ਇਹ ਡੈਫੀਨੇਸ਼ਨ, ਕਿਉਂਕਿ ਕੋਫੀਸ਼ੀਐਂਟ ਆਫ ਸੈਲਫ ਇੰਡਕਸ਼ਨ ਜਿਹੜਾ ਕੋਇਲ ਦਾ ਉਹਨੂੰ 1 ਹੈਨਰੀ ਕਦੋਂ ਕਿਹਾ ਜਾਂਦਾ, ਜਿਹੜਾ ਕਰੰਟ ਚੇਂਜ ਹੋ ਰਿਹਾ ਐਟ ਦੀ ਰੇਟ ਆਫ 1 ਐਂਪੀਅਰ ਪਰ ਸੈਕਿੰਡ, ਤੇ ਇੰਡਿਊਸ EMF ਕਿੰਨੇ ਦੀ ਹੋ ਰਹੀ ਹੈ 1 ਵੋਲਟ ਦੀ ਇਨ ਸਰਕਿਟ। ਇੰਡਕਟੈਂਸ ਸੈਲ ਜਿਹੜੀ ਕੋਇਲ ਦੀ ਉਹ ਇਕੁਅਲ ਟੂ ਹੋਏਗੀ ਇੰਡਿਊਸ EMF ਇਨ ਏ ਕੋਇਲ ਡਿਊ ਟੂ ਯੂਨਿਟ ਰੇਟ ਆਫ ਡਿਕਰੀਜ਼ ਆਫ ਕਰੰਟ। 1 ਮਿਲੀ ਹੈਨਰੀ 'ਚ 10 ਦੀ ਪਾਵਰ -3 ਹੈਨਰੀ ਹੁੰਦੇ ਤੇ ਮਾਈਕਰੋ 'ਚ 10 ਦੀ ਪਾਵਰ -6 ਹੁੰਦੇ ਆ। ਐਨੀ ਕੋਇਲ ਹੈਵ ਇੰਡਕਟੈਂਸ ਇਜ਼ ਕਾਲਡ ਇੰਡਕਟਰ, ਜਿਸ ਵੀ ਕੋਇਲ 'ਚ ਇੰਡਕਟੈਂਸ ਹੁੰਦੀ ਉਹਨੂੰ ਆਪਾਂ ਇੰਡਕਟਰ ਕਹਿੰਦੇ ਆ। ਤੇ ਇੰਡਕਟੈਂਸ ਡਿਪੈਂਡ ਕਿਤੇ ਕਰਦੀ ਹੈ ਨੰਬਰ ਆਫ ਟਰਨਸ ਤੇ, ਏਰੀਆ ਆਫ ਕ੍ਰਾਸ ਸੈਕਸ਼ਨ ਤੇ, ਪਰਮੇਬਿਲਿਟੀ ਕਿਸੇ ਕੋਰ ਦੀ। ਤੇ ਇਫ ਕੋਇਲ ਇਜ਼ ਬਾਉਂਡਡ ਓਵਰ ਆਇਰਨ ਕੋਰ ਦਾ ਸੈਲਫ ਇੰਡਕਸ਼ਨ ਇਨਕਰੀਜ਼ ਕਰਦੀ ਬਾਈ ਦੀ ਫੈਕਟਰ μr ਕੀ ਆ ਰਿਲੇਟਿਵ ਪਰਮਿਟਿਵਿਟੀ ਆਫ ਆਇਰਨ। ਇਹਦੇ ਫੈਕਟਰ ਪੇਪਰ 'ਚ ਡਾਇਰੈਕਟ ਪੁੱਛੇ ਜਾ ਸਕਦੇ ਆ। ਨੈਕਸਟ ਹੈ ਦਾ ਨਿਊਮੈਰੀਕਲ, ਇਹ ਕੋਇਲ ਆ ਜਿਹਦੀ ਇੰਡਕਟੈਂਸ 0.05 ਹੈਨਰੀ ਦਿੱਤੀ ਹੈ। ਕੈਲਕੂਲੇਟ ਕਰਨੀ ਆਪਾਂ EMF ਇੰਡਿਊਸਡ ਵੈਨ ਦਾ ਕਰੰਟ ਜਿਹੜਾ ਕੋਇਲ ਆ ਉਹਦਾ ਰੇਟ ਹੈ 120 ਐਂਪੀਅਰ ਪਰ ਸੈਕਿੰਡ। ਸੋ L ਦਿੱਤੀ ਹੋਈ ਸਾਨੂੰ, ਰੇਟ ਆਫ ਚੇਂਜ ਦਿੱਤਾ ਹੋਇਆ, ਤੇ ਸਾਨੂੰ ਇੰਡਿਊਸ EMF ਆਪਾਂ ਫਾਈਂਡ ਕਰਨੀ। ਫਾਰਮੂਲਾ ਸਾਨੂੰ ਪਤਾ ਹੋਣਾ ਚਾਹੀਦਾ, ਸਿੰਪਲ ਹੈ ਨਾ, ਇੰਡਕਟੈਂਸ ਗਿਵਨ L, ਸਾਈਨ ਪਤਾ ਹੋਣੀ ਚਾਹੀਦਾ ਤੁਹਾਨੂੰ, ਕਿ ਐਂਪੀਅਰ ਇਹ ਸਾਨੂੰ ਰੇਟ ਆਫ ਚੇਂਜ ਆਫ ਕਰੰਟ ਦਿੱਤਾ ਹੋਇਆ ਵਿਦ ਰਿਸਪੈਕਟ ਟੂ ਟਾਈਮ। ਇੰਡਕਟੈਂਸ ਸਾਨੂੰ ਦਿੱਤੀ ਹੋਈ ਆ, ਇੰਡਿਊਸ EMF ਫਾਈਂਡ ਕਰਨੀ ਆ। ਜੇ ਤੁਹਾਨੂੰ ਇਹ ਫਾਰਮੂਲਾ ਪਤਾ ਹੈ ਤਾਂ ਤੁਸੀਂ 2 ਮਿੰਟ 'ਚ ਸਮ, ਜਿਹੜਾ 2 ਮਿੰਟ ਵੀ ਜ਼ਿਆਦਾ ਹੈ, ਵਿਦ ਇਨ ਦਾ ਸੈਕਿੰਡਸ ਦੇ ਸਮ ਕਰ ਸਕਦੇ ਹੋ। ਇਨ ਏ ਕੋਇਲ ਉਹਦੀ EMF ਦਿੱਤੀ 6 ਵੋਲਟ ਇਜ਼
induced when the current in coil change ਹੁੰਦਾ at the rate of 100 ampere per second. Find the coefficient of self inductance of the coil. So induced EMF ਦਿੱਤੀ ਹੈ 6 voltage, rate of change of ਦਿੱਤਾ ਹੋਇਆ ਤੁਹਾਨੂੰ current ਦਾ with respect to time 100 ampere per second. induced EMF ਆਪ find ਕਰਨੀ ਆ, ਉਹ ਹੁੰਦੀ -LDI/dt. ਸੋ ਇੱਥੋਂ L ਕੀ ਆ ਗਿਆ, ਇੱਥੇ E ਜਿਹੜੀ ਸਾਡੇ ਕੋਲ induced EMF ਹੈਗੀ /DI/dt. induced EMF ਹੈਗੀ ਸਾਡੇ ਕੋਲ 6 voltage, DI/dt ਹੈਗਾ 100, 6/100 that is 0.06 Henry. ਨੈਕਸਟ ਇਹਦੀ ਸੈਲਫ ਇੰਡਕਟੈਂਸ ਸੋਲੀਨੋਇਡ ਲਈ ਪੂਰਾ ਆਰਟੀਕਲ ਜਦੋਂ ਸੋਲਵ ਕਰਨਾ ਨਾ ਆਪਾਂ, ਸੋਲਵ ਕਰਕੇ ਸਾਡੇ ਕੋਲ ਰਿਜ਼ਲਟ ਆਉਣਾ ਇੱਕ, ਤੁਸੀਂ ਇਹਨੂੰ ਯਾਦ ਰੱਖਣਾ ਬਸ, μ0 n² S/L ਹੈਨਰੀ. ਜੇ ਸੋਲੀਨਾਈਡ ਬਾਉਂਡ ਹੋਈ ਹੁੰਦਾ ਮਟੀਰੀਅਲ ਫੈਰੈਰਿਟੀ ਪਰਮਿਟਿਵਿਟੀ μr, ਤੁਸੀਂ ਇਹਨੂੰ μr ਨਾਲ ਮਲਟੀਪਲਾਈ ਕਰ ਦੇਣੀ, ਇਹ ਡਾਇਰੈਕਟ ਰਿਜ਼ਲਟ ਪੁੱਛਿਆ ਜਾਏਗਾ ਜਾਂ ਤੇ ਨਿਊਮੈਰੀਕਲ ਆ ਜਾਏਗਾ, ਠੀਕ ਹੈ। ਸੋਲੀਨੋਇਡ ਲਈ ਤੁਸੀਂ ਪੂਰਾ ਡਰਾਈਵ ਨਹੀਂ ਕਰਨਾ, ਜਿੱਦਾਂ ਹੁਣ ਇਹ ਸੋਲੀਨੋਇਡ ਆ 1 ਮੀਟਰ, ਉਹਦੀ ਲੈਂਥ ਦੇਤੀ L ਦੇਤੀ, ਰੇਡੀਅਸ ਦੇਤਾ R ਦੇਤੀ, ਨੰਬਰ ਆਫ ਟਰਨਸ N ਦੇਤੀਆਂ, ਮਟੀਰੀਅਲ ਦੀ ਪਰਮੇਬਿਲਿਟੀ μr ਦੇ ਦਿੱਤੀ, ਠੀਕ ਹੈ। ਨੰਬਰ ਆਫ ਟਰਨਸ ਤੁਹਾਨੂੰ ਦਿੱਤੀਆਂ 500, ਦੀ ਹੈਲਪ ਨਾਲ ਤੁਸੀਂ ਏਰੀਆ ਕੱਢ ਲੋਗੇ πr² ਲਗਾ ਕੇ, ਫਿਰ ਤੁਹਾਨੂੰ ਇਹ ਫਾਰਮੂਲਾ ਪਤਾ ਜੋ ਸੋਲੀਨਾਇਡ ਲਈ ਇੰਡਕਟੈਂਸ ਦਾ, ਤਾਂ ਤੁਸੀਂ ਆਰਾਮ ਨਾਲ ਨਿਕਾਲ ਲੋਗੇ। ਕਲੀਅਰ ਹੈ ਨਾ। ਇੱਦਾਂ ਇਹ ਵਾਲਾ ਸੈਲਫ ਇੰਡਕਟੈਂਸ ਸੋਲੀਨੋਇਡ ਦੀ ਫਾਈਂਡ ਕਰਨੀ ਹੈ, ਲੈਂਥ ਦਿੱਤੀ ਹੋਈ L ਦਿੱਤੀ ਹੋਈ ਹੈ, ਨੰਬਰ ਆਫ ਟਰਨਸ N ਦਿੱਤੀਆਂ ਹੋਈਆਂ, ਰੇਡੀਅਸ ਦਿੱਤਾ ਹੋਇਆ, ਰੇਡੀਅਸ ਤੁਸੀਂ ਏਰੀਆ πr² ਲਗਾ ਕੇ ਨਿਕਾਲ ਲੋਗੇ, ਅਤੇ L ਦਾ ਫਾਰਮੂਲਾ ਤੁਹਾਨੂੰ ਪਤਾ, ਤੁਸੀਂ ਇਹਨਾਂ ਦੀ ਹੈਲਪ ਨਾਲ L ਫਾਈਂਡ ਆਊਟ ਕਰ ਲੋਗੇ, ਠੀਕ ਹੈ। ਸੋ ਇਹ ਸੀ ਸੈਲਫ ਇੰਡਕਸ਼ਨ ਬਾਰੇ ਕਰ ਲੈਣਾ। ਜੇ ਵੀਡੀਓ ਪਸੰਦ ਹੈ ਲਾਈਕ ਐਂਡ ਕਮੈਂਟ ਕਰਕੇ ਦੱਸਣਾ। ਥੈਂਕਸ ਫॉर ਵਾਚਿੰਗ ਦ ਵੀਡੀਓ।